ਸਤਿ ਸ਼੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਪੰਜਾਬ ਮੇਲ USA TV। ਮੈਂ ਸੁਖਦੀਪ ਕੌਰ ਸੰਧੂ। ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਹੈ। ਪਹਿਲਾ ਪੇਸ਼ ਨੇ ਚੋਣਵੀਆਂ ਖਬਰਾਂ। ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਕੀਤੀ ਮਮਤਾ ਬੈਨਰਜੀ ਨਾਲ ਮੁਲਾਕਾਤ। ਖੇਤੀ ਬਿੱਲਾਂ ਨੂੰ ਰੱਦ ਕਰਵਾਉਣ ਲਈ ਕੀਤੀ ਚਰਚਾ। ਵਿਧਾਇਕ ਪ੍ਰਗਟ ਸਿੰਘ ਨੇ ਫਿਰ ਕੀਤਾ ਕੈਪਟਨ ਅਮਰਿੰਦਰ ਸਿੰਘ ਤੇ ਸ਼ਬਦੀ ਹਮਲਾ। ਡਾਕਟਰ ਓਬਰਾਏ ਦੇ ਯਤਨਾਂ ਸਦਕਾ 27 ਸਾਲਾ ਜੋਵਨਦੀਪ ਦਾ ਮ੍ਰਿਤਕ ਸਰੀਰ ਸਾਊਦੀ ਅਰਬ ਤੋਂ ਵਤਨ ਪੁੱਜਾ। ਸਿਮਰਜੀਤ ਬੈਂਸ ਤੇ ਮੁੜ ਲੱਗੇ ਜਿਨਸੀ ਸ਼ੋਸ਼ਣ ਦੇ ਦੋਸ਼। ਬੈਂਸ ਨੇ ਦੱਸਿਆ ਵਿਰੋਧੀਆਂ ਦੀ ਚਾਲ। ਖੇਤੀ ਬਿੱਲਾਂ 'ਚ ਕੁਝ ਸੂਬਿਆਂ ਵੱਲੋਂ ਕੀਤੀਆਂ ਤਬਦੀਲੀਆਂ, ਸਵਾਗਤਯੋਗ ਕਿਸਾਨ ਮੋਰਚਾ। ਪੰਜਾਬ 'ਚ ਤੇਜ਼ ਹਨੇਰੀ ਤੇ ਝੱਖੜ ਨੇ ਕੀਤਾ ਭਾਰੀ ਨੁਕਸਾਨ। ਕਿਸਾਨ ਅੰਦੋਲਨ ਫਿਰ ਫੜ ਰਿਹਾ ਰਫ਼ਤਾਰ। ਚੜੂਨੀ ਦੀ ਅਗਵਾਈ ਵਿੱਚ ਵੱਡੀ ਗਿਣਤੀ ਕਿਸਾਨਾਂ ਦਾ ਕੂਚ। ਹੁਣ ਖਬਰਾਂ ਵਿਸਥਾਰ ਨਾਲ। ਭਾਰਤੀ ਕਿਸਾਨ ਯੂਨੀਅਨ ਦੇ ਬੁਲਾਰੇ ਰਾਕੇਸ਼ ਟਿਕੈਤ ਨੇ ਕਿਸਾਨ ਆਗੂਆਂ ਨਾਲ ਜਾ ਕੇ ਬੁੱਧਵਾਰ ਨੂੰ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨਾਲ ਮੁਲਾਕਾਤ ਕੀਤੀ ਹੈ। ਕੋਲਕਾਤਾ ਸਥਿਤ ਸੂਬਾਈ ਸਕੱਤਰ 'ਚ ਮੁਲਾਕਾਤ ਦੌਰਾਨ ਟਿਕੈਤ ਨੇ ਕਿਸਾਨਾਂ ਦੇ ਮੁੱਦੇ ਤੇ ਮਮਤਾ ਨਾਲ ਚਰਚਾ ਕੀਤੀ ਹੈ। ਸੂਤਰਾਂ ਮੁਤਾਬਿਕ ਕਿਸਾਨ ਆਗੂਆਂ ਦੇ ਮਮਤਾ ਬੈਨਰਜੀ ਵਿਚਾਲੇ ਕੇਂਦਰ ਤੇ ਖੇਤੀ ਕਿਸਾਨਾਂ ਵਿਰੁੱਧ ਜਾਰੀ ਅੰਦੋਲਨ ਨੂੰ ਤੇਜ਼ ਕਰਨ ਤੇ ਸਰਕਾਰ ਨੂੰ ਘੇਰਨ ਦੀ ਰਣਨੀਤੀ ਤੇ ਚਰਚਾ ਹੋਈ ਹੈ। ਬੈਠਕ ਤੋਂ ਬਾਅਦ ਮਮਤਾ ਨੇ ਕੇਂਦਰ ਤੇ ਨਿਸ਼ਾਨਾ ਵਿੰਦਿਆਂ ਕਿਹਾ ਹੈ ਕਿ ਪਿਛਲੇ ਮਹੀਨਿਆਂ ਤੋਂ ਉਹਨਾਂ ਨੇ ਕਿਸਾਨਾਂ ਨਾਲ ਗੱਲਬਾਤ ਦੀ ਜ਼ਹਿਮਤ ਤੱਕ ਨਹੀਂ ਉਠਾਈ। ਮੇਰੀ ਮੰਗ ਹੈ ਕਿ ਤਿੰਨੇ ਖੇਤੀ ਕਾਨੂੰਨ ਤੁਰੰਤ ਵਾਪਸ ਲਏ ਜਾਣ। ਉਹਨਾਂ ਨੇ ਨਾਲ ਹੀ ਕਿਹਾ ਹੈ ਕਿ ਕਿਸਾਨ ਅੰਦੋਲਨ ਨੂੰ ਮੇਰੀ ਹਮਾਇਤ ਜਾਰੀ ਰਹੇਗੀ। ਉਹ ਦੂਜੇ ਸੂਬਿਆਂ ਦੇ ਮੁੱਖ ਮੰਤਰੀਆਂ ਨਾਲ ਵੀ ਕਿਸਾਨਾਂ ਦੇ ਮੁੱਦੇ ਤੇ ਗੱਲ ਕਰੇਗੀ। ਮਮਤਾ ਨੇ ਕਿਹਾ ਹੈ ਕਿ ਜਦੋਂ ਤੱਕ ਤਿੰਨੇ ਖੇਤੀ ਕਾਨੂੰਨ ਵਾਪਸ ਨਹੀਂ ਲਏ ਜਾਣ ਉਦੋਂ ਤੱਕ ਅੰਦੋਲਨ ਜਾਰੀ ਰੱਖਿਆ ਜਾਣਾ ਚਾਹੀਦਾ ਹੈ। ਉਹਨਾਂ ਨੇ ਵਿਰੋਧੀ ਪਾਰਟੀਆਂ ਨੂੰ ਵੀ ਇਸ ਮੁੱਦੇ ਤੇ ਇਕਜੁੱਟ ਹੋ ਕੇ ਕੇਂਦਰ ਖਿਲਾਫ ਲੜਾਈ ਦਾ ਸੱਦਾ ਦਿੱਤਾ ਹੈ। ਕਾਬਿਲੇ ਗੌਰ ਹੈ ਕਿ ਟਿਕੈਤ ਤੇ ਹੋਰ ਕਿਸਾਨ ਆਗੂ ਪਿਛਲੇ ਸਾਲ ਤੋਂ ਸੰਸਦ ਵੱਲੋਂ ਪਾਸ ਖੇਤੀ ਕਾਨੂੰਨਾਂ ਖਿਲਾਫ ਦਿੱਲੀ ਦੀਆਂ ਬਰੂਹਾਂ ਤੇ ਅੰਦੋਲਨ ਦੀ ਅਗਵਾਈ ਕਰ ਰਹੇ ਨੇ। तो यहाँ की जनता का धन्यवाद, मुख्यमंत्री का धन्यवाद। ये बड़ी जीत के साथ में बंगाल में तीसरी बार मुख्यमंत्री बने और हमें उम्मीद है कि जो यहाँ के फार्मर्स की समस्या होगी उसका समाधान होगा और जो भारत सरकार से जो प्रॉब्लम है उसके लिए चिट्ठी लिखी जाएगी और विपक्ष को इकट्ठा करके जो और प्रॉब्लम है उसके साथ में एक कोऑर्डिनेशन बना के पूरा जो वहाँ पे मूवमेंट चला हुआ है उसको सपोर्ट करेंगे। और जो हमारा 3 कानून है जो आंदोलन दिल्ली में चला हुआ है उसकी सपोर्ट जैसे पहले यहाँ से हो रही थी इसी तरह से दोबारा भी आश्वासन दिया कि हम पूरा फार्मर्स मूवमेंट के साथ में हैं। तो इनका धन्यवाद करते हैं और हम बंगाल को एक जो मॉडल स्टेट है उसकी तरह पे बंगाल काम करें। जो यहाँ की फोर्थ पॉलिसी है उन पॉलिसी पर काम करें। किसानों को ज़्यादा लाभ यहाँ पे मिले, कृषि के किसानों को लाभ मिले, जो यहाँ का पोल्ट्री फार्म्स है उसको लाभ मिले, जो यहाँ का वेजिटेबल्स का किसान है जो कोरोना काल में सबसे ज़्यादा नुकसान उसको है वेजिटेबल्स का पूरे देश में, यहाँ को उनको ज़्यादा सपोर्ट मिले। यही हम यहाँ चाहते हैं कि मुख्यमंत्री यहाँ पे इन सब चीज़ों पर मजबूती से यहाँ पे काम करें। ਪੰਜਾਬ ਕਾਂਗਰਸ 'ਚ ਮਚੇ ਘਮਸਾਨ ਨੂੰ ਸ਼ਾਂਤ ਕਰਨ ਲਈ ਬਣਾਈ ਗਈ 3 ਮੈਂਬਰੀ ਕਮੇਟੀ ਨੇ ਸੂਬੇ ਦੀ ਸੀਐਮ, ਮੰਤਰੀਆਂ, ਵਿਧਾਇਕਾਂ, ਸੰਸਦ ਮੈਂਬਰੀ ਤੇ ਸੀਨੀਅਰ ਆਗੂਆਂ ਨਾਲ ਗੱਲ ਕਰਨ ਲਈ ਆਪਣੀ ਰਿਪੋਰਟ ਹਾਈ ਕਮਾਂਡ ਨੂੰ ਸੌਂਪ ਦਿੱਤੀ ਹੈ। ਪਰ ਹਾਲੇ ਵੀ ਪਾਰਟੀ 'ਚ ਘਮਸਾਨ ਖਤਮ ਨਹੀਂ ਹੋਇਆ। ਪਾਰਟੀ ਦੇ ਵਿਧਾਇਕ ਪ੍ਰਗਟ ਸਿੰਘ ਇੱਕ ਵਾਰ ਫਿਰ ਕੈਪਟਨ ਅਮਰਿੰਦਰ ਸਿੰਘ ਤੇ ਹਮਲਾਵਰ ਦਿਖਾਈ ਦਿੱਤੇ ਨੇ। ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਪ੍ਰਗਟ ਸਿੰਘ ਨੇ ਕਿਹਾ ਕਿ ਕੈਪਟਨ 3 ਮੈਂਬਰੀ ਕਮੇਟੀ ਦੇ ਸਾਹਮਣੇ ਭ੍ਰਿਸ਼ਟ ਵਿਧਾਇਕਾਂ ਤੇ ਮੰਤਰੀਆਂ ਦੀ ਕਾਰਗੁਜ਼ਾਰੀ ਦੀ ਸੂਚੀ ਲੈ ਕੇ ਪਹੁੰਚੇ। ਪ੍ਰਗਟ ਨੇ ਕੈਪਟਨ ਨੂੰ ਪੁੱਛਿਆ ਕਿ ਜੇਕਰ ਕੈਪਟਨ ਕੋਲ ਮੰਤਰੀਆਂ ਦੇ ਵਿਧਾਇਕਾਂ ਦੇ ਭ੍ਰਿਸ਼ਟਾਚਾਰ ਦਾ ਕੋਈ ਸਬੂਤ ਹੈ ਤਾਂ ਉਹ ਕਾਰਵਾਈ ਕਿਉਂ ਨਹੀਂ ਕਰਦੇ। ਇਹ ਐਕਚੁਅਲ ਗੱਲ ਕੀ ਆ, ਕਿਉਂਕਿ ਸਿਲੈਕਟਿਵਲੀ ਅੱਜ ਦੀ ਤਰੀਕ ਦੇ ਵਿੱਚ ਦੇਖੋ ਹਰ ਚੀਜ਼ ਨੂੰ ਸਿਲੈਕਟਿਵਲੀ ਲੀਕ ਕਰਨਾ, ਫਿਰ ਉਹਨੂੰ ਹੌਲੀ ਉਹ ਜਿੱਦਾਂ ਨਹੀਂ ਕਹਿੰਦੇ ਹੁੰਦੇ ਅੱਗ ਬਾਲ ਕੇ ਉਹਨੂੰ ਹੌਲੀ ਹਵਾ ਦੇਣੀ। ਤੇ ਮੈਂ ਕਹਿੰਦਾ ਗੱਲ ਸਿੱਧੀ ਕਰ ਲਓ। ਦੇਖੋ ਮੈਂ ਤਾਂ ਫਾਈਟ ਕਰਨ ਵਾਲਾ ਬੰਦਾ, ਫਾਈਟ ਤਾਂ ਮੈਂ ਕਰੂੰਗਾ। ਨਹੀਂ ਹਜੇ ਤੱਕ ਤਾਂ ਮੈਂ ਪਾਰਟੀ ਦੇ ਵਿੱਚ ਹੀ ਆ। ਮੈਂ ਤਾਂ ਹਮੇਸ਼ਾ ਇੱਕੋ ਗੱਲ ਕਹਿੰਦਾ ਹੁੰਦਾ ਵੀ ਨਾ ਮੈਂ ਹਾਰਡ ਲਾਈਨਰ ਕਾਂਗਰਸੀ ਹਾਂ ਤੇ ਨਾ ਹਾਰਡ ਲਾਈਨਰ ਅਕਾਲੀ ਹਾਂ। ਮੈਂ ਤਾਂ ਹਾਰਡ ਲਾਈਨਰ ਪੰਜਾਬੀ ਹਾਂ। ਪੰਜਾਬ ਦੀ ਗੱਲ ਕਰੂੰਗਾ ਜਿੱਥੇ ਗੱਲ ਕਰਨ ਦੀ ਜ਼ਰੂਰਤ ਪਈ। ਜਿਹੜਾ ਵੀ ਕੋਈ ਬੰਦਾ, ਕਿਉਂਕਿ ਪਾਰਟੀਆਂ ਕੋਈ ਮਾੜੀਆਂ ਨਹੀਂ ਹੈ। ਮੈਂ ਪਹਿਲਾਂ ਵੀ ਇਹ ਗੱਲ ਕਹਿ ਚੁੱਕਾ, ਪਾਰਟੀਆਂ ਨਹੀਂ ਕੋਈ ਮਾੜੀਆਂ, ਉਹਨੂੰ ਚਲਾਉਣ ਵਾਲੇ ਬੰਦੇ ਮਾੜੇ ਚੰਗੇ।
ਆਪਣੇ ਪਰਿਵਾਰ ਨੂੰ ਆਰਥਿਕ ਮੰਦਹਾਲੀ ਚੋਂ ਕੱਢਣ ਲਈ ਆਪਣੇ ਘਰ ਜ਼ਮੀਨਾਂ ਗਹਿਣੇ ਧਰ ਖਾੜੀ ਮੁਲਕਾਂ 'ਚ ਮਿਹਨਤ ਮਜ਼ਦੂਰੀ ਕਰਨ ਗਏ ਲੋਕਾਂ ਦੀ ਹਰ ਮੁਸ਼ਕਿਲ ਘੜੀ 'ਚੋਂ ਰਹਿਬਰ ਬਣ ਸੇਵਾ ਰੂਪੀ ਮਦਦ ਕਰਨ ਵਾਲੇ ਦੁਬਈ ਦੇ ਉੱਗੇ ਕਾਰੋਬਾਰੀ ਤੇ ਸਰਬੱਤ ਦਾ ਭਲਾ ਚੈਰੀਟੇਬਲ ਟਰਸਟ ਦੇ ਸਰਪ੍ਰਸਤ ਡਾਕਟਰ ਐਸਪੀ ਸਿੰਘ ਓਬਰਾਏ ਦੇ ਯਤਨਾਂ ਸਦਕਾ 27 ਸਾਲਾ ਜੋਬਨਦੀਪ ਸਿੰਘ ਪੁੱਤਰ ਤਜਿੰਦਰ ਸਿੰਘ ਦਾ ਮ੍ਰਿਤਕ ਸਰੀਰ ਆਬੂ ਧਾਬੀ ਤੋਂ ਬਰਾਸਤਾ ਦਿੱਲੀ ਉਹਨਾਂ ਦੇ ਜੱਦੀ ਪਿੰਡ ਮੱਤੇਵਾਲ ਜ਼ਿਲ੍ਹਾ ਅੰਮ੍ਰਿਤਸਰ ਵਿਖੇ ਪਹੁੰਚਿਆ, ਜਿੱਥੇ ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ। ਇਸ ਸੰਬੰਧੀ ਜਾਣਕਾਰੀ ਸਾਂਝੀ ਕਰਦੇ ਹਾਂ ਸਰਬੱਤ ਦਾ ਭਲਾ ਚੈਰੀਟੇਬਲ ਟਰਸਟ ਦੇ ਬਾਨੀ ਡਾਕਟਰ ਐਸਪੀ ਸਿੰਘ ਓਬਰਾਏ ਨੇ ਦੱਸਿਆ ਕਿ ਜੋਬਨਦੀਪ ਸਿੰਘ ਆਪਣੇ ਪਰਿਵਾਰ ਦੇ ਆਰਥਿਕ ਹਾਲਾਤਾਂ ਨੂੰ ਸੁਧਾਰਨ ਦੀ ਕੋਸ਼ਿਸ਼ 'ਚ ਕਰੀਬ 3 ਸਾਲ ਪਹਿਲਾਂ ਦੁਬਈ ਮਿਹਨਤ ਮਜ਼ਦੂਰੀ ਕਰਨ ਲਈ ਗਿਆ ਸੀ। ਉਹਨਾਂ ਦੱਸਿਆ ਕਿ ਉਹ ਦੁਬਈ ਦੀ ਇੱਕ ਕੰਪਨੀ 'ਚ ਬਤੌਰ ਡਰਾਈਵਰ ਕੰਮ ਕਰਦਾ ਹੋਣ ਕਾਰਨ ਉਹ ਦੁਬਈ ਤੋਂ ਸਾਊਦੀ ਅਰਬ ਟਰਾਲਾ ਲੈ ਕੇ ਗਿਆ ਸੀ। ਬੀਤੀ 20 ਮਈ ਦੀ ਰਾਤ ਨੂੰ ਅਚਾਨਕ ਉਸ ਦੇ ਟਰਾਲੇ ਦਾ ਅਗਲਾ ਟਾਇਰ ਫਟਣ ਕਾਰਨ ਹੋਏ ਹਾਦਸੇ ਦੌਰਾਨ ਟਰਾਲਾ ਬਿਲਕੁਲ ਪੁੱਠਾ ਹੋ ਗਿਆ ਸੀ ਅਤੇ ਸਿਰ ਵਿੱਚ ਗੰਭੀਰ ਸੱਟਾਂ ਲੱਗਣ ਕਾਰਨ ਜੋਬਨਦੀਪ ਦੀ ਮੌਤ ਹੋ ਗਈ ਸੀ। ਉਹਨਾਂ ਦੱਸਿਆ ਕਿ ਇਸ ਘਟਨਾ ਸੰਬੰਧੀ ਉਹਨਾਂ ਨਾਲ ਜੋਬਨਦੀਪ ਦੇ ਪਰਿਵਾਰਕ ਮੈਂਬਰਾਂ ਤੋਂ ਇਲਾਵਾ ਹਲਕਾ ਮਜੀਠਾ ਤੋਂ ਵਿਧਾਇਕ ਤੇ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਫੋਨ ਤੇ ਸੰਪਰਕ ਕਰਕੇ ਪੀੜਿਤ ਪਰਿਵਾਰ ਦੀ ਆਰਥਿਕ ਹਾਲਤ ਦਾ ਹਵਾਲਾ ਦਿੰਦੇ ਮ੍ਰਿਤਕ ਦੇ ਭਾਰਤ ਪਹੁੰਚਾਉਣ 'ਚ ਸਹਿਯੋਗ ਕਰਨ ਲਈ ਕਿਹਾ ਸੀ। ਡਾਕਟਰ ਓਬਰਾਏ ਨੇ ਦੱਸਿਆ ਕਿ ਉਹਨਾਂ ਵੱਲੋਂ ਸਾਊਦੀ ਅਰਬ ਵਿਚਲੇ ਭਾਰਤੀ ਦੂਤਾਵਾਸ ਨਾਲ ਸੰਪਰਕ ਕਰਨ ਤੇ ਭਾਰਤੀ ਦੂਤਾਵਾਸ ਨੇ ਜੋਬਨ ਦੇ ਮ੍ਰਿਤਕ ਸਰੀਰ ਨੂੰ ਸਾਊਦੀ ਅਰਬ ਤੋਂ ਬਰਾਸਤਾ ਦੁਬਈ ਤੜਕਸਾਰ ਦਿੱਲੀ ਭੇਜ ਦਿੱਤਾ ਸੀ, ਜਿਸ ਉਪਰੰਤ ਦਿੱਲੀ 에ਅਰਪੋਰਟ ਤੋਂ ਟਰਸਟ ਦੀ ਪਾਣੀਪਤੀ ਇਕਾਈ ਦੇ ਪ੍ਰਧਾਨ ਹਰਵਿੰਦਰ ਸਿੰਘ ਲਾਡੀ ਨੇ ਸਾਰੀ ਲੋੜੀਂਦੀ ਕਾਗਜ਼ੀ ਕਾਰਵਾਈ ਮੁਕੰਮਲ ਕਰਵਾ ਕੇ ਟਰਸਟ ਵੱਲੋਂ ਪਟਿਆਲੇ ਤੋਂ ਦਿੱਲੀ ਭੇਜ ਦਿੱਤੀ ਗਈ। ਵੱਡੀ ਅੰਤਿਮ ਯਾਤਰਾ ਵੈਨ ਰਾਹੀਂ ਮ੍ਰਿਤਕ ਸਰੀਰ ਨੂੰ ਜੋਬਨ ਦੇ ਜੱਦੀ ਪਿੰਡ ਮੱਤੇਵਾਲ ਵਿਖੇ ਭੇਜ ਦਿੱਤਾ ਗਿਆ। ਉਹਨਾਂ ਦੱਸਿਆ ਹੈ ਕਿ ਜੋਬਨਦੀਪ ਦੀ ਮ੍ਰਿਤਕ ਦੇ ਭੇਜਣ ਤੇ ਉਸ ਦੀ ਕੰਪਨੀ ਨੇ ਵੀ ਜਿੱਥੇ ਉਹਨਾਂ ਨੂੰ ਪੂਰਨ ਸਹਿਯੋਗ ਦਿੱਤਾ, ਉੱਥੇ ਭਰੋਸਾ ਵੀ ਦਿੱਤਾ ਹੈ ਕਿ ਉਹ ਉਸ ਦੀ ਇੰਸ਼ੋਰੈਂਸ ਆਦਿ ਰਕਮ ਉਸ ਦੇ ਮਾਪਿਆਂ ਨੂੰ ਦਿਵਾਉਣ ਲਈ ਹਰ ਸੰਭਵ ਯਤਨ ਕਰਨਗੇ। ਲੁਧਿਆਣਾ ਤੋਂ ਲੋਕ ਇਨਸਾਫ ਪਾਰਟੀ ਦੇ ਮੁਖੀ ਸਿਮਰਜੀਤ ਬੈਂਸ ਤੇ ਮੁੜ ਤੋਂ ਜਿਣਸੀ ਸ਼ੋਸ਼ਣ ਕਰਨ ਦੇ ਇਲਜ਼ਾਮ ਲੱਗੇ ਨੇ। ਵਿਧਾਇਕ ਬੈਂਸ ਤੇ ਇਹ ਇਲਜ਼ਾਮ ਹੁਣ ਇੱਕ ਅਧਿਆਪਕਾ ਵੱਲੋਂ ਲਾਏ ਗਏ ਨੇ। ਉਕਤ ਜਨਾਨੀ ਨੇ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਰਾਕੇਸ਼ ਅਗਰਵਾਲ ਨੂੰ ਸਿੱਧਾ ਮੇਲ ਕਰਕੇ ਇਸ ਸੰਬੰਧੀ ਸ਼ਿਕਾਇਤ ਦਿੱਤੀ ਹੈ। ਹਾਲਾਂਕਿ ਸਿਮਰਜੀਤ ਬੈਂਸ ਵੱਲੋਂ ਇੱਕ ਪ੍ਰੈਸ ਕਾਨਫਰੰਸ ਕਰਕੇ ਆਪਣੀ ਸਫਾਈ ਦਿੰਦਿਆਂ ਉਹਨਾਂ ਨੇ ਕਿਹਾ ਹੈ ਕਿ ਇਹ ਸਭ ਉਹਨਾਂ ਦੇ ਵਿਰੋਧੀਆਂ ਦੀ ਸਾਜ਼ਿਸ਼ ਹੈ, ਜੋ ਉਹਨਾਂ ਦੇ ਸਿਆਸੀ ਭਵਿੱਖ ਨੂੰ ਢਾਹ ਲਾਉਣ ਲਈ ਕੋਝੀਆਂ ਚਾਲਾਂ ਚੱਲ ਰਹੇ ਨੇ। ਬੈਂਸ ਦੀ ਇਸ ਪ੍ਰੈਸ ਕਾਨਫਰੰਸ ਦੌਰਾਨ ਲੋਕ ਇਨਸਾਫ ਪਾਰਟੀ ਲੁਧਿਆਣਾ ਦੀ ਲਗਭਗ ਸਾਰੀ ਲੀਡਰਸ਼ਿਪ ਮੌਜੂਦ ਰਹੀ ਹੈ, ਜਿਨ੍ਹਾਂ ਨੇ ਖੁੱਲ੍ਹ ਕੇ ਬਹਿਸ ਦਾ ਸਮਰਥਨ ਕਰਦਿਆਂ ਸਾਫ਼ ਕਿਹਾ ਹੈ ਕਿ ਸਿਮਰਜੀਤ ਬੈਂਸ ਦਾ ਅਕਸ ਸਾਫ਼ ਸੁਥਰਾ ਹੈ। ਸਿਮਰਜੀਤ ਬੈਂਸ ਨੇ ਕਿਹਾ ਹੈ ਕਿ ਜਿਸ ਜਨਾਨੀ ਵੱਲੋਂ ਉਹਨਾਂ ਤੇ ਇਲਜ਼ਾਮ ਲਗਾਏ ਗਏ ਨੇ ਉਹ ਉਸ ਨੂੰ ਇੱਕ ਵਾਰ ਹੀ ਮਿਲੇ ਸਨ, ਉਹ ਵੀ ਜਦੋਂ ਉਹਨਾਂ ਦੇ ਫਾਰਮ ਹਾਊਸ ਦਾ ਕੰਮ ਚੱਲ ਰਿਹਾ ਸੀ ਤਾਂ ਉਦੋਂ ਉਹ ਜਨਾਨੀ ਕਿਸੇ ਵਿਅਕਤੀ ਨਾਲ ਪਲਾਟ ਵੇਖਣ ਉੱਤੇ ਆਈ ਸੀ। ਉਹਨਾਂ ਨੇ ਦੱਸਿਆ ਹੈ ਕਿ ਉਸੇ ਥਾਂ ਤੇ ਉਸ ਦੀ ਥੋੜੀ ਦੇਰ ਗੱਲਬਾਤ ਹੋਈ ਤੇ ਉੱਥੇ ਬੈਠਣ ਤੱਕ ਦੀ ਥਾਂ ਨਹੀਂ ਸੀ, ਇਸ ਕਰਕੇ ਉਹ ਇਸੇ ਤਰ੍ਹਾਂ ਚਲੇ ਗਏ, ਜਿਸ ਤੋਂ ਬਾਅਦ ਉਹਨਾਂ ਦੀ ਉਕਤ ਜਨਾਨੀ ਨਾਲ ਕਦੇ ਮੁਲਾਕਾਤ ਨਹੀਂ ਹੋਈ। मेरा राजनीतिक सफर 2002 ਤੋਂ ਸਟਾਰਟ ਹੋ ਕੇ 2021 ਤਕਰੀਬਨ 18-20 ਸਾਲ ਦਾ ਅਰਸਾ ਹੋ ਗਿਆ। ਤੁਸੀਂ ਇਸ ਗੱਲ ਦੇ ਚਸ਼ਮਦੀਦ ਗਵਾਹ ਬੈਠੇ ਹੋ ਸਾਰੇ, ਕਿਉਂਕਿ ਤੁਸੀਂ ਲੁਧਿਆਣੇ ਦੇ ਪੱਤਰਕਾਰ ਦੋਸਤ ਹੋ। ਕੋਈ ਸਾਲ ਐਸਾ ਨਹੀਂ ਜਦੋਂ ਸਿਮਰਜੀਤ ਬੈਂਸ ਦੇ ਉੱਤੇ ਵਿਰੋਧੀ ਦੋਨੋਂ ਰਵਾਇਤੀ ਪਾਰਟੀਆਂ ਦੇ ਲੀਡਰਸ ਨੇ ਕੋਈ ਮਰਿਆ ਸੱਪ ਗਲ 'ਚ ਪਾਉਣ ਦਾ ਯਤਨ ਨਾ ਕੀਤਾ ਹੋਵੇ। ਇਮਾਨਦਾਰੀ ਨਾਲ ਰਾਜਨੀਤੀ ਕਰਨੀ, ਓਨੈਸਟੀ ਦੇ ਨਾਲ ਲੋਕਾਂ ਨੂੰ ਸਰਵ ਕਰਨਾ, ਕਰਪਸ਼ਨ ਦੇ ਖਿਲਾਫ ਕੱਲੇ ਅਖਬਾਰੀ ਬਿਆਨ ਨਹੀਂ, ਮੀਡੀਆ ਤੱਕ ਸੀਮਤ ਨਹੀਂ, ਗਰਾਊਂਡ ਜ਼ੀਰੋ ਦੇ ਉੱਤੇ ਜਾ ਕੇ, ਚਾਹੇ ਉਹ ਛੋਟਾ ਅਧਿਕਾਰੀ ਹੈ ਤੇ ਚਾਹੇ ਉਹ ਟਾਪ ਕਲਾਸ ਹੈਗਾ, ਉਸ ਕਰਪਟ ਅਧਿਕਾਰੀ ਦੇ ਵਰਖਲਾਫ ਸੰਘਰਸ਼ਮਈ ਤਰੀਕੇ ਦੇ ਨਾਲ ਉਹਦਾ ਐਕਸਪੋਜ਼ਰ, ਪੰਜਾਬ ਦੇ ਅੰਦਰੋਂ ਲੂਟ ਮਾਫੀਆ ਦੇ ਖਿਲਾਫ ਗਰਾਊਂਡ ਜ਼ੀਰੋ ਦੇ ਉੱਤੇ ਸਟਰਗਲ ਤੇ ਸੰਘਰਸ਼। ਸੋ ਇਹ ਵਿਰੋਧੀ ਪਾਰਟੀਆਂ ਨੂੰ ਹਜਮ ਨਹੀਂ ਆਉਂਦਾ। ਸੋ ਇਹਨਾਂ 18-20 ਸਾਲਾਂ ਦੇ ਅਰਸੇ ਦੇ ਵਿੱਚ ਤੁਸੀਂ ਗਵਾਹ ਬੈਠੇ ਹੋ, ਕੋਈ ਸਾਲ ਇਦਾਂ ਦਾ ਨਹੀਂ ਲੰਘਿਆ ਜਦੋਂ ਕੋਈ ਘਾਟੋ ਕਲੇਸ਼ ਮੇਰੇ ਗਲ ਮੜਨ ਦਾ ਯਤਨ ਨਾ ਕੀਤਾ ਗਿਆ ਹੋਵੇ। ਮੈਨੂੰ ਬਿਜਲੀ ਚੋਰ, ਚਿੱਟਾ ਵੇਚਣ ਵਾਲਾ, ਜ਼ਮੀਨ ਜਾਇਦਾਦਾਂ ਤੇ ਕਬਜ਼ੇ ਕਰਨ ਵਾਲਾ, ਟੈਕਸ ਚੋਰ, ਰੇਪਿਸਟ, ਬਲਾਤਕਾਰੀ, ਕਿਹੜੀ ਚੀਜ਼ ਜਿਹੜੀ ਇਹਨਾਂ ਨੇ ਨਹੀਂ ਕੀਤੀ, ਰੀਜ਼ਨ ਬਿਹਾਈਂਡ ਕੀ ਹੈਗਾ। ਦੋਸਤੋ, ਆਪਣੇ ਦੇਸ਼ ਦੇ ਅੰਦਰ, ਆਪਣੀ ਸਟੇਟ ਪੰਜਾਬ ਦੇ ਅੰਦਰ ਮੇਰੇ ਨਾਲੋਂ ਵੱਧ ਜਾਣਕਾਰੀ ਤੁਹਾਡੇ ਕੋਲ ਹੈ। ਟੈਸਟ ਦੇ ਉੱਤੇ ਦੱਸ ਦਿਓ ਕਿ ਸਾਫ਼ ਸੁਥਰੇ ਚਰਿੱਤਰ ਵਾਲੇ ਓਨੈਸਟ ਲੀਡਰਸ ਕਿੰਨੇ ਕਿਹਾ।
ਸੰਯੁਕਤ ਕਿਸਾਨ ਮੋਰਚੇ ਨੇ ਕੁਝ ਸੂਬਾ ਸਰਕਾਰਾਂ ਵੱਲੋਂ ਖੇਤੀ ਕਾਨੂੰਨਾਂ ਵਿੱਚ ਕੀਤੀ ਤਬਦੀਲੀ ਦਾ ਸਵਾਗਤ ਕੀਤਾ ਹੈ ਤੇ ਕੇਂਦਰ ਸਰਕਾਰ ਵੱਲੋਂ ਬੀਤੇ ਦਿਨੀ ਐਮਐਸਪੀ ਬਾਰੇ ਦਿੱਤੇ ਤਰਕਾਂ ਨੂੰ ਕਾਲਪਨਿਕ ਦੱਸਿਆ ਹੈ। ਕਿਸਾਨ ਆਗੂ ਬਲਬੀਰ ਸਿੰਘ ਰਾਜੋਵਾਲ ਨੇ ਕਿਹਾ ਹੈ ਕਿ ਮਹਾਰਾਸ਼ਟਰ ਦੇ ਖੇਤੀਬਾੜੀ ਮੰਤਰੀ ਵੱਲੋਂ ਐਲਾਨ ਕੀਤਾ ਗਿਆ ਹੈ ਕਿ ਸੂਬਾ ਆਪਣੇ ਰਾਜ ਦੇ ਕਾਨੂੰਨਾਂ 'ਚ ਸੋਧ ਕਰੇਗਾ। ਸੂਬਾ ਸਰਕਾਰ ਦੇ ਖੇਤੀਬਾੜੀ ਮੰਤਰੀ ਨੇ ਕਿਹਾ ਹੈ ਕਿ ਸੋਧਾਂ ਏਪੀਐਮਸੀ ਦੀ ਰੱਖਿਆ, ਉਤਪਾਦਕਾਂ ਦੀ ਹਿੱਤਾਂ ਦੀ ਰਾਖੀ ਤੇ ਵਪਾਰੀਆਂ ਲਈ ਲਾਇਸੈਂਸ ਦੀਆਂ ਲਾਜ਼ਮੀ ਸ਼ਰਤਾਂ ਨਾਲ ਕਿਸਾਨਾਂ ਦੀਆਂ ਸ਼ਿਕਾਇਤਾਂ ਦੇ ਹੱਲ ਹੋਣਗੇ। ਇੱਕ ਉਦਾਹरण केरल सरकार ਵੱਲੋਂ कई फसलों की एमएसपी संबंधी लिया फैसला भी है। इस करके केंद्रीय खेतीबाड़ी कानूनों ਨੂੰ तुरंत रद्द करने की लोड़ है। बलकरण सिंह बराड़ ने कहा है कि ऐलान किए गए घाटो घट समर्थन मुल किसानों ਨੂੰ मिलते ही नहीं, क्योंकि ਜਦੋਂ किसान मंडी ਵਿੱਚ ਜਾਂਦੇ ਹਨ ਤਾਂ ਕੁਝ ਫਸਲਾਂ ਨੂੰ ਛੱਡ ਕੇ ਬਾਕੀ ਦੀ ਖਰੀਦ ਨਿਰਧਾਰਿਤ ਮੁੱਲ ਤੇ ਯਕੀਨੀ ਨਹੀਂ ਹੁੰਦੀ। ਇਸ ਕਰਕੇ ਸੰਯੁਕਤ ਕਿਸਾਨ ਮੋਰਚਾ ਇੱਕ ਅਜਿਹੇ ਕਾਨੂੰਨ ਬਣਾਉਣ ਦੀ ਮੰਗ ਕਰਦਾ ਹੈ ਜੋ ਸਾਰੀਆਂ ਫਸਲਾਂ ਦੀ ਖਰੀਦ ਘੱਟੋ ਘੱਟ ਸਮਰਥਨ ਮੁੱਲ ਤੇ ਗਾਰੰਟੀ ਨਾਲ ਕਰਨਾ ਯਕੀਨੀ ਬਣਾਏ। बीती रात सूबे भर विच तेज हनेरी तेज झक्खड़ ने जिथे लाखां दा नुकसान कर दिता, उत्थे ही जेकर नाभा की गल की जाए तो 10 एकड़ विच फैलियां अंबां दे बाग विच तेज हनेरी दे अंबां दी फसल नूं तहस नहस कर दिता है। अंबां दी फसल धरती ते ढह ढेरी हो गई है ते लाखां रुपए दा नुकसान भी काश्तकार नूं भुगतना पिया है। नाभा दी करीब 95 साल पुराना बाग जो कि भगतां दे बाग दे नाम नाल जाणिया जांदा है। इस बाग विच हर तरह के फल लगते हैं। ज़्यादातर इस बाग दे विच कई वैरायटियां दे अंब भी बहुत मशहूर ने। इस बार जिथे अंबां दी बंपर फसल हुई सी, पर किते ना किते बीती रात तेज हनेरी तेज झक्खड़ ने अंबां दी काश्त कर खेती ते पानी फेर दिता है। बागां दे विच जिथे दरख्त तहस नहस हो गए ने, उत्थे ही अंबां दी फसल भी बिल्कुल खराब हो गई है अते हुण तक ये अंब जिथे महंगे भाव विच विकणे सी, हुण कौडियां दे भाव भी नहीं रहे। राती 1.5 घंटा ਦੇ ਤਕਰੀਬਨ ਝੱਖੜ ਰਿਹਾ। ਉਹ ਝੱਖੜ ਦੇ ਵਿੱਚ ਨੁਕਸਾਨ ਤੁਸੀਂ ਆਪ ਹੀ ਦੇਖ ਲਓਗੇ ਕਿੰਨਾ ਕੁ ਹੋਇਆ। ਪਰ ਇਹ ਹੈ ਵੀ ਇਹਦੇ ਨਾਲ ਕਈ ਬੂਟੇ ਉਖਾੜਤੇ ਨੇ ਜੜੋਂ, ਔਰ ਅੰਬ ਸੀ ਜਿਹੜਾ ਤੀਜੀ ਵਾਰ ਇਹ ਹਨੇਰੀ ਆਈ ਹੈ, ਤੀਜੀ ਹਨੇਰੀ ਦੇ ਵਿੱਚ ਅੰਬ ਤਕਰੀਬਨ ਸਾਰਾ ਹੀ ਥੱਲੇ ਆ ਗਿਆ। ਕਿੰਨੇ ਕੁ ਦਿਨਾਂ ਤੱਕ ਪੱਕ ਕੇ ਤਿਆਰ ਸੀ? ਇਹ 15-20 ਦਿਨ ਲੱਗਣੇ ਸੀ ਇਹਨੂੰ, ਹਾਲੇ 15 ਦਿਨ 'ਚ ਪੂਰਾ ਤਿਆਰ ਹੋ ਜਾਣਾ ਸੀ। ਉੱਤੋਂ ਟਪਕਾ ਗਿਰਦਾ ਸੀ। ਇਹ ਟਪਕਾ ਹੀ ਆਪਾਂ ਆਪਣੀ ਖਾਸੀਅਤ ਆਪਾਂ ਟਪਕਾ ਹੀ ਵੇਚਦੇ ਹਾਂ। ਹੋਰ ਕਿਹੜੇ ਕਿਹੜੇ ਅੰਬ ਨੇ? ਅੰਬ ਆਪਣੇ ਕੋਲ ਸਾਰਾ ਹੀ ਹੈ। बनारसी है, दशहरी है, लंगड़ा है, अपना कलमी है, फजली है। फजली की तो हाले गुठली भी नहीं बनी। ये फजली है, उन्हें दी गुठली भी नहीं बनी हाले। ये ना तो हुण पक्केगा ना ਇਹਦਾ कुछ हो होगा। जे कोई लंदा भी है इनू जल्दी खराब हो जाऊगा। कोरोना की दूजी लहर मुट्ठी हुंदियां ही किसानां ने फिर अंदोलन तेज कर दिता। वीरवार नूं हज़ारां किसान पानीपत टोल प्लाजा ते इकट्ठे हुए। इस दौरान किसानां ने बीकेयू दे सूबा प्रधान गुरनाम सिंह चड़ूनी की अगवाई हेठ दिल्ली वाल कूच किया है। दिल्ली कूच विच निहंग सिंह घोड़ियां ते सवार होकर निकले। पानीपत पहुंचे गुरनाम सिंह चड़ूनी का किसानां वल्लों निੱਘਾ स्वागत किया गया। पानीपत पहुंचे गुरनाम सिंह चड़ूनी ने कहा है कि असीं सरकार सामने कोई नवी मंग नहीं रखी, साडीआं मंगां पहिलां वांग ही हन। सरकार ਨੂੰ ਸਵਾਲ ਕਰਦਿਆਂ ਉਹਨਾਂ ਨੇ ਕਿਹਾ ਹੈ ਕਿ ਸਰਕਾਰ ਨੂੰ ਦੱਸਣਾ ਚਾਹੀਦਾ ਹੈ ਕਿ ਇਹਨਾਂ ਕਾਨੂੰਨਾਂ ਨਾਲ ਕਿਸਾਨੀ ਨੂੰ ਕੀ ਫਾਇਦਾ ਹੋਇਆ ਹੈ। ਇਹ ਖੇਤੀਬਾੜੀ ਦਾ ਕਾਨੂੰਨ ਨਹੀਂ, ਇਹ ਖੇਤੀ ਧੰਦਾ ਹੈ। ਇਹ ਕਿਸਾਨਾਂ ਲਈ ਨਹੀਂ ਬਲਕਿ ਪੂੰਜੀਪਤੀਆਂ ਲਈ ਲਾਭਕਾਰੀ ਹੈ। ਸਰਕਾਰ ਸਾਨੂੰ 11 ਮੀਟਿੰਗਾਂ ਵਿੱਚ ਇਹ ਨਹੀਂ ਸਮਝਾ ਸਕੀ ਕਿ ਇਹਨਾਂ ਕਾਨੂੰਨਾਂ ਦਾ ਫਾਇਦਾ ਕੀ ਹੈ। ਉਹਨਾਂ ਨੇ ਕਿਹਾ ਹੈ ਕਿ ਸਰਕਾਰ ਨੂੰ ਮੀਡੀਆ ਰਾਹੀਂ ਦੇਸ਼ ਨੂੰ ਦੱਸਣਾ ਚਾਹੀਦਾ ਹੈ ਕਿ ਕਿਸਾਨਾਂ ਨੂੰ ਇਹਨਾਂ ਕਾਨੂੰਨਾਂ ਦਾ ਕੀ ਫਾਇਦਾ ਹੋਵੇਗਾ। ਸਾਉਣੀ ਦੀਆਂ ਫਸਲਾਂ ਦੇ ਭਾਅ ਵਧਾਉਣ ਤੇ ਉਹਨਾਂ ਨੇ ਕਿਹਾ ਹੈ ਕਿ ਇਹ ਤਾਂ ਊਂਠ ਦੇ ਮੂੰਹ ਵਿੱਚ ਚੀਰਾ ਪਾਉਣ ਵਾਲੀ ਗੱਲ ਹੈ। ਵਧੇ ਹੋਏ ਭਾਅ 3% भी नहीं बनते। किसानों ने कोरोना दौरान देश को बचाया, नहीं तो देश की आर्थिक मुद्दे मुंह डिग पैंदी। देखिए, हमारी वही मांगे हैं हमने रखी थी और जिनको आंदोलन कर रहे हैं उनमें हमने बढ़ाई नहीं है। दिल तो करता है उनमें बढ़ा दें। हमारी कर्जा माफ़ी की मांग थी, हमने नहीं रखी है। हमारी और तरह की मांगे थी, हमने नहीं रखी है। लेकिन जितनी रखी हैं कुछ नहीं, उनको नहीं। बात करें ना करें उनकी मर्जी है। सरकार से आप पूछ कि उनको आपत्ति है किस चीज पे? वो कह रहे हैं ठोस जवाब। देखिए, हम आम आदमी सरकार ये सवाल हैं, हमने वहाँ भी 11 मीटिंगों में 11 यही सवाल किया, इन कानूनों में किसानों को फायदा कैसे है। रोजगार की मांग ਨੂੰ ਲੈ ਕੇ ਸੰਘਰਸ਼ ਕਰ ਰਹੇ ਬੇਰੁਜ਼ਗਾਰ ਈਟੀਟੀ ਟੈਟ ਪਾਸ ਅਧਿਆਪਕ ਜਿੱਥੇ 82 ਦਿਨਾਂ ਤੋਂ ਪਟਿਆਲਾ ਟਾਵਰ ਦੇ ਉੱਪਰ ਸੁਰਿੰਦਰਪਾਲ ਗੁਰਦਾਸਪੁਰ ਸਿਹਤ ਵਿਗੜਨ ਦੇ ਬਾਵਜੂਦ ਵੀ ਟਾਵਰ ਦੇ ਉੱਪਰ ਡਟਿਆ ਹੋਇਆ ਹੈ। ਬੇਰੁਜ਼ਗਾਰ ਅਧਿਆਪਕਾਂ ਨੇ ਕਿਹਾ ਹੈ ਕਿ ਜੇਕਰ ਸਾਡੀਆਂ ਮੰਗਾਂ ਜਲਦ ਹੱਲ ਨਾ ਕੀਤੀਆਂ ਗਈਆਂ ਤਾਂ 11 ਜੂਨ ਨੂੰ ਹੋਣ ਵਾਲੇ ਮੋਤੀ ਮਹਿਲ ਦੇ ਘਿਰਾਓ ਦੌਰਾਨ ਜੋ ਜਾਨੀ ਮਾਲੀ ਨੁਕਸਾਨ ਹੋਵੇਗਾ ਉਸ ਦੀ ਜ਼ਿੰਮੇਵਾਰ ਪੰਜਾਬ ਸਰਕਾਰ ਹੋਵੇਗੀ। ਇਸ ਮੌਕੇ ਉਹਨਾਂ ਨੇ ਕਿਹਾ ਹੈ ਕਿ ਘਰ ਘਰ ਨੌਕਰੀ ਦਾ
ਵਾਅਦਾ ਕਰਨ ਵਾਲੀ ਕੈਪਟਨ ਸਰਕਾਰ ਤੋਂ ਜਦੋਂ ਗਰੀਬ ਮਜ਼ਦੂਰ ਕਿਸਾਨਾਂ ਦੇ ਬੱਚੇ ਰੁਜ਼ਗਾਰ ਲੈਣ ਲਈ ਪਟਿਆਲਾ ਜਾਂ ਸੰਗਰੂਰ ਰੋਸ ਪ੍ਰਦਰਸ਼ਨ ਕਰਦੇ ਹਨ ਤਾਂ ਪੁਲਿਸ ਵੱਲੋਂ ਉਹਨਾਂ ਦੀ ਆਵਾਜ਼ ਨੂੰ ਡਾਂਗਾ ਨਾਲ ਦਬਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਜਦੋਂ ਕਿ ਬੇਰੁਜ਼ਗਾਰ ਨੌਜਵਾਨ ਪੜ੍ਹ ਲਿਖ ਕੇ ਵੀ ਸੜਕਾਂ ਤੇ ਰੁਲਣ ਲਈ ਮਜਬੂਰ ਨੇ, ਉੱਥੇ ਹੀ ਦੂਜੇ ਪਾਸੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਆਪਣੇ ਵਿਧਾਇਕਾਂ ਦੇ ਮੁੰਡਿਆਂ ਕੁੜੀਆਂ ਨੂੰ ਤਰਸ ਦੇ ਆਧਾਰ ਤੇ ਤਹਿਸੀਲਦਾਰ ਡੀਐਸਪੀ ਬਿਨਾਂ ਕਿਸੇ ਭਰਤੀ ਤੋਂ ਸਿੱਧਾ ਭਰਤੀ ਕੀਤਾ ਜਾ ਰਿਹਾ ਹੈ। ਕੋਵਿਡ ਟੀਕਾਕਰਨ ਮੁਹਿੰਮ ਦੇ ਨਵੇਂ ਐਲਾਨਾਂ ਅਤੇ ਸਾਰੇ ਸਰਕਾਰੀ ਹਸਪਤਾਲਾਂ 'ਚ 21 ਜੂਨ ਤੋਂ ਲੋਕਾਂ ਨੂੰ ਕੋਵਿਡ ਤੋਂ ਬਚਾਅ ਦੇ ਮੁਫਤ 'ਚ ਟੀਕੇ ਲਾਏ ਜਾਣ ਦੇ ਐਲਾਨ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸ਼ਲਾਘਾ ਕਰਦਿਆਂ ਯੋਗ ਗੁਰੂ ਰਾਮਦੇਵ ਨੇ ਲੋਕਾਂ ਨੂੰ ਬੇਨਤੀ ਕੀਤੀ ਹੈ ਕਿ ਉਹ ਵੀ ਟੀਕਾ ਲਗਵਾਉਣਗੇ। ਉਹਨਾਂ ਨੇ ਕਿਹਾ ਹੈ ਕਿ ਉਹ ਖੁਦ ਵੀ ਛੇਤੀ ਹੀ ਕਰੋਨਾ ਤੋਂ ਬਚਾਅ ਦਾ ਟੀਕਾ ਲਗਵਾਉਣਗੇ। ਉਹਨਾਂ ਨੇ ਕਿਹਾ ਹੈ ਕਿ ਲੋਕਾਂ ਨੂੰ ਰੋਗਾਂ ਤੋਂ ਬਚਾਅ ਅਤੇ ਕਰੋਨਾ ਕਾਰਨ ਹੋਣ ਵਾਲੀਆਂ ਮੌਤਾਂ ਰੋਕਣ ਲਈ ਯੋਗ ਅਤੇ ਆਯੁਰਵੇਦ ਨੂੰ ਆਪਣੇ ਜੀਵਨ ਦਾ ਹਿੱਸਾ ਬਣਾਉਣਾ ਚਾਹੀਦਾ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਰਾਮਦੇਵ ਅਤੇ ਐਲੋਪੈਥੀ ਦੇ ਡਾਕਟਰਾਂ ਵਿਚਕਾਰ ਟਕਰਾਓ ਪੈਦਾ ਹੋ ਗਿਆ ਸੀ, ਜਿਸ ਕਾਰਨ IMA ਦੇ ਉਹਨਾਂ ਖਿਲਾਫ ਕੇਸ ਦਰਜ ਕਰਵਾਉਣ ਦੇ ਨਾਲ 1000 ਕਰੋੜ ਰੁਪਏ ਦੇ ਮਾਣਹਾਨੀ ਦਾ ਨੋਟਿਸ ਦਿੱਤਾ ਹੋਇਆ। ਡਰੱਗ ਮਾਫੀਆ ਬਾਰੇ ਟਿੱਪਣੀ ਕਰਦਿਆਂ ਯੋਗ ਗੁਰੂ ਨੇ ਕਿਹਾ ਹੈ, ਅਸੀਂ ਕਿਸੇ ਸੰਸਥਾ ਨਾਲ ਕੋਈ ਦੁਸ਼ਮਣੀ ਨਹੀਂ ਰੱਖ ਸਕਦੇ ਹਾਂ। ਸਾਰੇ ਵਧੀਆ ਡਾਕਟਰ ਰੱਬ ਵੱਲੋਂ ਧਰਤੀ ਤੇ ਭੇਜੇ ਗਏ ਉਸਦੇ ਦੂਤ ਹਨ, ਉਹ ਧਰਤੀ ਲਈ ਤੋਹਫਾ ਹਨ, ਪਰ ਜੇਕਰ ਕੋਈ ਡਾਕਟਰ ਕੁਝ ਗਲਤ ਕਰਦਾ ਹੈ ਤਾਂ ਇਹ ਇਕੱਲੇ ਉਸ ਦੀ ਗਲਤੀ ਹੈ। ਪ੍ਰਧਾਨ ਮੰਤਰੀ ਜਨ ਔਸ਼ਧੀ ਸਟੋਰ ਖੋਲੇ ਜਾਣੇ ਚਾਹੀਦੇ ਹਨ ਕਿਉਂਕਿ ਡਰੱਗ ਮਾਫੀਆ ਨੇ ਚਮਕਦਾਰ ਦੁਕਾਨਾਂ ਖੋਲੀਆਂ ਹੋਈਆਂ ਹਨ ਜਿੱਥੇ ਉਹ ਮਹਿੰਗੇ ਭਾਅ ਤੇ ਬੇਲੋੜੀਆਂ ਦਵਾਈਆਂ ਵੇਚ ਰਹੇ ਨੇ। ਰਾਮਦੇਵ ਨੇ ਕਿਹਾ ਕਿ ਜਿਹੜੇ ਡਾਕਟਰ ਉਹਨਾਂ ਦਾ ਵਿਰੋਧ ਕਰਦੇ ਹਨ ਉਹ ਸੰਸਥਾ ਰਾਹੀਂ ਅੱਗੇ ਨਹੀਂ ਆ ਰਹੇ। ਐਲੋਪੈਥੀ ਤੇ ਆਯੁਰਵੇਦ ਵਿਚਕਾਰ ਵਿਵਾਦ ਮਗਰੋਂ ਯੋਗ ਗੁਰੂ ਨੇ ਕਿਹਾ ਹੈ ਕਿ ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਐਲੋਪੈਥੀ ਐਮਰਜੈਂਸੀ ਕੇਸਾਂ ਅਤੇ ਸਰਜਰੀਆਂ ਲਈ ਬਿਹਤਰ ਹੈ, ਪਰ ਆਯੁਰਵੇਦ ਨਾ ਠੀਕ ਹੋਣ ਵਾਲੇ ਰੋਗਾਂ ਦਾ ਵੀ ਇਲਾਜ ਕਰਦੀ ਹੈ। ਉਹਨਾਂ ਉੱਤਰਾਖੰਡ ਸਰਕਾਰ ਨੂੰ ਵੀ ਕਿਹਾ ਹੈ ਕਿ ਉਹ ਸ਼ਰਧਾਲੂਆਂ ਨੂੰ 4 ਧਾਮ ਯਾਤਰਾ ਦੀ ਇਜਾਜ਼ਤ ਦੇਵੇ। ਪੰਜਾਬ ਦੇ ਵਿੱਚ ਝੋਨੇ ਦੀ ਰਸਮੀ ਲਵਾਈ ਸ਼ੁਰੂ ਹੋ ਗਈ ਹੈ, ਪਰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਕਿਸਾਨਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ 25 ਜੂਨ ਤੋਂ ਬਾਅਦ ਹੀ ਝੋਨੇ ਦੀ ਲਵਾਈ ਸ਼ੁਰੂ ਕਰਨ। ਉਹਨਾਂ ਨੇ ਕਿਹਾ ਹੈ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਜੋ ਨਵੀਆਂ ਝੋਨੇ ਦੀਆਂ ਕਿਸਮਾਂ ਬਣਾਈਆਂ ਗਈਆਂ ਹਨ ਉਹ ਬਹੁਤ ਘੱਟ ਪਾਣੀ ਲੈਂਦੀਆਂ ਨੇ ਅਤੇ ਬਹੁਤ ਘੱਟ ਸਮੇਂ ਦੇ ਵਿੱਚ ਤਿਆਰ ਹੋ ਜਾਂਦੀਆਂ ਨੇ। ਉਹਨਾਂ ਨੇ ਦੱਸਿਆ ਹੈ ਕਿ ਯੂਨੀਵਰਸਿਟੀ ਵੱਲੋਂ 10 ਝੋਨੇ ਦੀਆਂ ਨਵੀਆਂ ਕਿਸਮਾਂ ਕਿਸਾਨਾਂ ਨੂੰ ਲਾਉਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਅਤੇ ਨਾਲ ਹੀ ਧਰਤੀ ਹੇਠਲੇ ਪਾਣੀਆਂ ਨੂੰ ਬਚਾਉਣ ਦੇ ਲਈ ਕਿਸਾਨਾਂ ਨੂੰ ਸਿੱਧੀ ਬਿਜਾਈ ਕਰਨ ਲਈ ਵੀ ਕਿਹਾ ਜਾ ਰਿਹਾ ਹੈ ਤਾਂ ਜੋ ਨਾ ਸਿਰਫ ਲੇਬਰ ਬਚਾਈ ਜਾ ਸਕੇ ਸਗੋਂ ਧਰਤੀ ਹੇਠਲੇ ਪਾਣੀ ਨੂੰ ਵੀ ਵੱਧ ਤੋਂ ਵੱਧ ਬਚਾਇਆ ਜਾ ਸਕੇ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਪ੍ਰੋਫੈਸਰ ਬੂਟਾ ਸਿੰਘ ਵੱਲੋਂ ਇਸ ਸੰਬੰਧੀ ਕਿਸਾਨਾਂ ਨੂੰ ਜਾਣਕਾਰੀ ਦਿੱਤੀ ਗਈ ਹੈ ਤੇ ਦੱਸਿਆ ਗਿਆ ਹੈ ਕਿ ਕਿਵੇਂ ਸਿੱਧੀ ਬਿਜਾਈ ਕੀਤੀ ਜਾ ਸਕਦੀ ਹੈ ਅਤੇ ਕਿਹੜੀ ਘੜੀ ਝੋਨੇ ਦੀ ਨਵੀਆਂ ਕਿਸਮਾਂ ਹਨ ਜਿਨ੍ਹਾਂ ਦੇ ਨਾਲ ਕਿਸਾਨ ਘੱਟ ਖਰਚੇ ਤੇ ਵੱਧ ਝਾੜ ਪ੍ਰਾਪਤ ਕਰ ਸਕਦੇ ਨੇ। ਬਿਲਕੁਲ ਜੀ, ਜੋ ਸਰਕਾਰ ਵੱਲੋਂ ਨਿਰਧਾਰਿਤ ਮਿਤੀ ਹੈ ਇਸ ਵਾਰ ਉਹ 10 ਜੂਨ ਆ ਝੋਨੇ ਦੀ ਲਵਾਈ ਦੀ, ਉਹ ਬਿਲਕੁਲ ਸ਼ੁਰੂ ਹੋ ਚੁੱਕੀ ਹੈ। ਔਰ ਇਹ ਜਿਹੜੀ ਲਵਾਈ ਦੀ 10 ਤਰੀਕ ਦਿੱਤੀ ਸਰਕਾਰ ਵੱਲੋਂ, ਇਹ ਕਰੋਨਾ ਦੇ ਮੱਦੇਨਜ਼ਰ ਕਿਉਂਕਿ ਜਿਹੜੀ ਲੇਬਰ ਦੀ ਸਮੱਸਿਆ ਹੈਗੀ ਆ ਤਾਂ ਜੋ ਜਿਹੜੀ ਵਿੰਡੋ ਥੋੜ੍ਹੀ ਜਿਹੀ ਵਾਧੇ ਝੋਨਾ ਲਾਉਣ ਦੀ ਉਸ ਲਈ ਸਰਕਾਰ ਵੱਲੋਂ ਦਿੱਤੀ ਗਈ ਆ। ਅਦਰਵਾਈਜ਼ ਜਿਹੜਾ ਸਾਡਾ ਪੰਜਾਬ ਪ੍ਰੀਜ਼ਰਵੇਸ਼ਨ ਆਫ ਸਬਸੋਇਲ ਵਾਟਰ ਐਕਟ ਹੈਗਾ ਉਹ 2018 'ਚ ਉਹਦੀ ਅਸੀਂ ਤਰੀਕ ਮਿੱਥ ਕੇ 20 ਕਰਤੀ ਸੀਗੀ। ਉਸ ਤੋਂ ਬਾਅਦ ਜਿਹੜੀ ਹੈਗੀ ਆ ਉਸ ਤੋਂ ਪਹਿਲਾਂ ਜੇ ਆਪਾਂ ਗੱਲ ਕਰੀਏ ਤਾਂ ਜਦੋਂ 2008-9 ਦੇ ਵਿੱਚ ਬਣਿਆ ਹੈਗਾ ਐਕਟ ਉਦੋਂ 10 ਤਰੀਕ ਮਿੱਥੀ ਸੀਗੀ, ਫਿਰ ਜਾ ਕੇ 14-15 ਦੇ ਵਿੱਚ ਇਹ ਤਰੀਕ ਆਪਾਂ 15 ਮਿੱਥੀ ਸੀਗੀ ਔਰ 2018 ਦੇ ਵਿੱਚ ਜਿਹੜੀ ਆਪਾਂ ਇਹ ਜਿਹੜੀ ਤਰੀਕ ਉਹ 20 ਜੂਨ ਮਿੱਥੀ ਸੀਗੀ, ਜਿਹੜਾ ਕਿ ਇੱਕ ਬਹੁਤ ਵਧੀਆ ਉਪਰਾਲਾ ਰਿਹਾ ਜਿਹਦੇ ਨਾਲ ਸਾਡੀ ਪਾਣੀ ਦੀ ਬਚਤ ਵੀ ਹੋਈ ਆ ਔਰ ਜਿਹੜਾ ਸਾਡੇ ਕਿਸਾਨ ਆ ਉਹ ਝਾੜ ਵੀ ਬਹੁਤ ਚੰਗਾ ਲੈ ਰਹੇ ਆ ਔਰ ਉਹਨਾਂ ਨੂੰ ਕੌਨਫੀਡੈਂਸ ਵੀ ਡਿਵੈਲਪ ਹੋ ਗਿਆ ਕਿ ਜਿਹੜਾ ਝੋਨਾ ਜੇ ਅਸੀਂ 20 ਜਾਂ 30 ਜੂਨ ਤੱਕ ਵੀ ਲਾ ਲਈਏ ਤਾਂ ਜਿਹੜਾ ਸਾਡਾ ਝਾੜ ਉਹ ਨਹੀਂ ਘਟਦਾ ਗਾ ਕਿਉਂਕਿ ਲਗਾਤਾਰ ਇਹਨਾਂ ਸਾਲਾਂ ਦੇ ਵਿੱਚ ਜਿਹੜੇ ਆ ਰਿਕਾਰਡ ਜਿਹੜਾ ਉਤਪਾਦਨ ਹੋਇਆ, ਰਿਕਾਰਡ ਉਤਪਾਦਕਤਾ ਰਹੀ ਹੈਗੀ ਆ। ਸੋ ਇਸ ਕਰਕੇ ਜਿਹੜੇ ਜ਼ਿਮੀਂਦਾਰ ਜਿਹੜੇ ਹੈਗੇ ਆ ਉਹ ਬੜੇ ਕੌਨਫੀਡੈਂਟ ਨੇ ਕਿ ਜਿਹੜਾ ਹੈਗੀ ਇਹ ਐਕਟ ਨੂੰ ਉਹ ਅਮਲੀ ਜਾਮਾ ਪਹਿਨਾ ਰਹੇ ਨੇ। ਪੰਜਾਬ ਅੰਦਰ ਜਿੱਥੇ ਝੋਨੇ ਦੀ ਬਿਜਾਈ ਸ਼ੁਰੂ ਹੋ ਗਈ ਹੈ ਉੱਥੇ ਹੀ ਪਿੰਡ ਗੁਰਨੇ ਕਲਾਂ ਦੀ ਕਰਾਟੇ ਦੀ ਇੰਟਰਨੈਸ਼ਨਲ ਖਿਡਾਰੀ ਨੂੰ ਮਜਬੂਰੀ ਕਾਰਨ ਝੋਨਾ ਲਗਾਉਣਾ ਪੈ ਰਿਹਾ ਹੈ। ਜਿੱਥੇ ਸਰਕਾਰਾਂ ਵੱਡੇ ਵਾਅਦੇ ਕਰਦੀਆਂ ਹਨ ਕਿ ਦੇਸ਼ ਦਾ ਨਾਮ ਰੌਸ਼ਨ ਕਰਨ ਵਾਲਿਆਂ ਨੂੰ ਸਰਕਾਰੀ ਨੌਕਰੀ ਦਿੰਦੀ ਹੈ, ਉੱਥੇ ਹੀ ਹਰਦੀਪ ਕੌਰ ਨੇ ਸਰਕਾਰ ਦੇ ਦਾਅਵਿਆਂ ਨੂੰ ਖੋਖਲਾ ਦੱਸਿਆ। ਸਰਕਾਰ ਦੀਆਂ ਸੁਵਿਧਾਵਾਂ ਤੇ ਸਵਾਲ ਵੀ ਖੜੇ ਕੀਤੇ ਨੇ। ਜਿੱਥੇ ਕਿਹਾ ਜਾਂਦਾ ਹੈ ਕਿ ਦੇਸ਼ ਦਾ ਨਾਮ ਰੌਸ਼ਨ ਕਰਨ ਵਾਲੇ ਖਿਡਾਰੀ ਦੇਸ਼ ਦੇ ਲਈ ਮਾਣ ਹੁੰਦੇ ਹਨ, ਉੱਥੇ ਹੀ ਮਾਨਸਾ ਦੇ ਪਿੰਡ ਗੁਰਨੇ ਕਲਾਂ ਦੀ ਲੜਕੀ ਹਰਦੀਪ ਕੌਰ ਜਿਸ ਨੇ ਕਰਾਟੇ ਵਿੱਚ ਇੰਟਰਨੈਸ਼ਨਲ
ਇੰਟਰਨੈਸ਼ਨਲ ਮੈਡਲ ਵੀ ਹਾਸਲ ਕੀਤੇ ਹਨ, ਪਰ ਮਜਬੂਰੀ ਕਾਰਨ ਅੱਜ ਵੀ ਉਹ ਝੋਨਾ ਲਗਾਉਣ ਲਈ ਤਤਪਰ ਹੈ। ਸਰਕਾਰ ਦੇ ਪ੍ਰਬੰਧਾਂ ਨੂੰ ਖੋਖਲਾ ਦੱਸਦਿਆਂ ਹਰਦੀਪ ਕੌਰ ਨੇ ਦੱਸਿਆ ਕਿ 5ਵੀਂ ਕਲਾਸ ਤੋਂ ਉਹ ਕਰਾਟੇ ਖੇਡ ਰਹੀ ਹੈ ਅਤੇ ਦੇਸ਼ ਵਿਦੇਸ਼ਾਂ ਤੱਕ ਦੇਸ਼ ਦਾ ਨਾਮ ਰੌਸ਼ਨ ਕਰ ਆਈ ਹੈ, ਪਰ ਸਰਕਾਰ ਵੱਲੋਂ ਨੌਕਰੀ ਦਾ ਵਾਅਦਾ ਕਰਕੇ ਹਾਲੇ ਤੱਕ ਕਿਸੇ ਨੇ ਨੌਕਰੀ ਲਈ ਸਾਰ ਤੱਕ ਨਹੀਂ ਲਈ। ਹਰਦੀਪ ਨੇ ਦੱਸਿਆ ਕਿ ਪਰਿਵਾਰ ਵਿੱਚ ਸਾਰੇ ਜੀ ਝੋਨਾ ਲਗਾ ਰਹੇ ਹਨ ਕਿਉਂਕਿ ਗੁਜ਼ਾਰਾ ਬੜਾ ਔਖਾ ਚੱਲਦਾ ਹੈ। ਉਹਨਾਂ ਕਿਹਾ ਹੈ ਕਿ ਮੇਰੇ ਪਿਤਾ ਨੇ ਬੜੀ ਮਿਹਨਤ ਕਰਕੇ ਸਾਨੂੰ ਸਾਰਿਆਂ ਨੂੰ ਪੜ੍ਹਾਇਆ ਤੇ ਮੈਨੂੰ ਖੇਡਾਂ ਦੇ ਵਿੱਚ ਭੇਜਿਆ, ਪਰ ਕੁਝ ਵੀ ਹਾਸਿਲ ਨਹੀਂ ਹੋਇਆ। ਦੂਸਰੇ ਪਾਸੇ ਹਰਦੀਪ ਕੌਰ ਦੇ ਪਿਤਾ ਨੇ ਦੱਸਿਆ ਕਿ ਸਰਕਾਰ ਵੱਲੋਂ ਕੀਤੇ ਗਏ ਵਾਅਦੇ ਬਿਲਕੁਲ ਝੂਠੇ ਤੇ ਬੇਬੁਨਿਆਦ ਸਨ। ਸਰ ਕਿਉਂਕਿ ਹੋਰ ਸਾਧਨ ਹੈ ਨਹੀਂਗਾ ਜੀ, ਇੱਕ ਇਹੀ ਸਾਧਨ ਝੋਨਾ ਲਾ ਕੇ, ਕਿਉਂਕਿ ਮੈਂ ਆਪਣੀ ਕਾਲਜ ਦੀ ਫੀਸ ਵੀ ਭਰਨੀ ਹੁੰਦੀ ਹੈਗੀ, ਘਰਦਿਆਂ ਨੂੰ ਵੀ ਹੈਲਪ ਕਰਨੀ ਹੁੰਦੀ ਹੈ ਜੀ। ਕਦੋਂ ਤੋਂ ਖੇਡ ਰਹੇ ਹੋ, ਕਿੱਥੇ ਕਿੱਥੇ ਖੇਡ ਕੇ ਆਏ ਹੋ? ਸਰ ਮੈਂ 5ਵੀਂ ਕਲਾਸ ਤੋਂ ਖੇਡ ਰਹੀ ਹਾਂ ਜੀ, ਆਪਣੇ ਸਕੂਲ ਟਾਈਮ ਤੋਂ। ਫਿਰ ਮੈਂ ਕਾਲਜ 'ਚ ਵੀ 3 ਸਾਲ ਖੇਡੀ ਹਾਂ, 5 ਸਾਲ ਸਕੂਲੀ ਗੇਮ ਵੀ ਖੇਡੇ ਸਰ, ਨੈਸ਼ਨਲ ਇੰਟਰਨੈਸ਼ਨਲ। ਸਰ ਮੈਂ 15-20 ਟੂਰਨਾਮੈਂਟ ਖੇਡ ਚੁੱਕੀ ਹਾਂ ਜੀ। ਘਰ ਵੱਲੋਂ ਕੋਈ ਸੁਵਿਧਾ ਮਦਦ? ਸਰ ਜਦੋਂ ਮੈਂ ਮਲੇਸ਼ੀਆ ਖੇਡ ਕੇ ਆਈ ਸੀਗੀ, ਉਦੋਂ ਇੱਕ ਵਾਰ ਜਦੋਂ ਮੈਂ ਮਈ 'ਚ ਗਏ ਸੀ, ਅਸੀਂ 5 ਮਈ ਤੋਂ 7 ਮਈ ਦੇ ਵਿਚਕਾਰ ਟੂਰਨਾਮੈਂਟ ਸੀ, ਮਈ 'ਚ ਗਏ ਸੀ ਖੇਡਣ। ਇਸ ਤੋਂ ਬਾਅਦ ਜੂਨ 'ਚ ਅਸੀਂ 15 ਦਿਨਾਂ ਬਾਅਦ ਅਸੀਂ ਝੋਨਾ ਲਾਉਣ ਲੱਗ ਗਏ। ਫਿਰ ਸਪੋਰਟਸ ਮੰਤਰੀ ਜੀ ਆਏ ਜਿਹੜੇ ਰਾਣਾ ਗੁਰਮੀਤ ਸਿੰਘ ਸੋਢੀ ਨੇ, ਉਹਨਾਂ ਨੇ ਮੈਨੂੰ ਕਿਹਾ ਸੀਗਾ, ਇੱਥੇ ਆਏ ਸੀ ਸਪੈਸ਼ਲੀ, ਮੈਨੂੰ ਸਨਮਾਨਿਤ ਵੀ ਕੀਤਾ ਸੀ ਉਹਨਾਂ ਨੇ। ਟੈਫੀ ਪਿੰਡ ਇੱਕ ਕਾਨਫਰੰਸ ਸੀ, ਉੱਥੇ ਬੁਲਾਇਆ ਸੀ ਉਹਨਾਂ ਨੇ ਸਾਨੂੰ, ਇਕੱਠ ਸੀਗਾ, ਔਰ ਉਹਨਾਂ ਨੇ ਕਿਹਾ ਵੀ ਬੇਟਾ ਤੂੰ ਆਪਣੇ ਡਾਕੂਮੈਂਟ ਲੈ ਕੇ ਸਾਡੇ ਕੋਲ ਆਈ ਚੰਡੀਗੜ੍ਹ ਸਪੋਰਟਸ ਆਫਿਸ 'ਚ। ਤਾਂ ਅਸੀਂ ਮੇਰੇ ਪਾਪਾ ਅਸੀਂ ਗਏ ਸਭ ਉੱਥੇ, ਤਾਂ ਉਹਨਾਂ ਨੇ ਡਾਕੂਮੈਂਟ ਫੜ ਕੇ ਰੱਖ ਲਏ ਸਰ। ਨਿਊਜ਼ ਵੀ ਲਵਾਤੀ ਵੀ ਨੌਕਰੀ ਨੂੰ ਹਰੀ ਝੰਡੀ ਖਿਡਾਰਨ ਨੂੰ, ਪਰ ਹਾਲੇ ਤੱਕ ਸਰ 3 ਸਾਲ ਹੋ ਗਏ, ਉਹਨਾਂ ਦਾ ਕੋਈ ਜਵਾਬ ਨਹੀਂ ਆਇਆ ਹੈਗਾ ਜੀ। ਕਿਵੇਂ ਦੇਖਦੇ ਹੋ ਸਰਕਾਰਾਂ ਨੂੰ? ਸਰ ਸਰਕਾਰਾਂ ਦੇ ਝੂਠੇ ਵਾਅਦੇ ਆ ਜੀ। ਹੁਣ ਜਿਵੇਂ ਮੇਰੇ ਵਰਗੇ ਗਰੀਬ ਪਰਿਵਾਰ ਦੇ ਬੱਚੇ ਨੇ ਇੱਕ ਆਸ ਲੈ ਕੇ, ਉਮੀਦ ਲੈ ਕੇ ਖੇਡਦੇ ਨੇਗੇ, ਪੜ੍ਹਦੇ ਨੇ ਵੀ ਤਾਂ ਜੋ ਸਾਨੂੰ ਨੌਕਰੀ ਮਿਲੂਗੀ, ਪਰ ਆਖਿਰ 'ਚ ਕਰਨਾ ਇਹੀ ਕੰਮ ਪੈਂਦਾ ਜੀ ਦੁਬਾਰਾ। ਕੀ ਮੰਗ ਕਰਦੇ ਹੋ ਹੁਣ ਸਰਕਾਰ ਨੂੰ? ਸਰ ਮੰਗ ਇਹ ਹੈ ਵੀ ਜੋਬ ਦਿੱਤੀ ਜਾਵੇ ਜੀ, ਕਿਉਂਕਿ ਮੈਂ ਇੰਟਰਨੈਸ਼ਨਲ ਪਿੱਛੇ ਜੇ 5-6 ਖਿਡਾਰੀਆਂ ਨੂੰ ਨੌਕਰੀ ਦਿੱਤੀ ਹੈ ਜਿਹੜੇ ਇੰਟਰਨੈਸ਼ਨਲ ਖੇਡੇ ਸੀ ਸਰ, ਪਰ ਉਹ 'ਚ ਮੇਰਾ ਨਾਮ ਨਹੀਂ ਆਇਆ। ਮੈਨੂੰ ਐਂ ਸੀ ਉਹ ਲਿਸਟ ਸ਼ਾਇਦ ਮੇਰਾ ਵੀ ਨਾਮ ਆਊਗਾ, ਕਿਉਂਕਿ ਅਸੀਂ ਸਪੈਸ਼ਲੀ ਗਏ ਸੀ ਮੰਤਰੀ ਸਾਹਿਬ ਕੋਲ ਜੀ, ਸਪੋਰਟਸ ਮੰਤਰੀ ਕੋਲ ਜੀ, ਪਰ ਮੇਰਾ ਉਸ 'ਚ ਵੀ ਨਾਮ ਨਹੀਂ ਆਇਆ ਜੀ। ਬੀਤੇ ਦਿਨੀ ਜਗਰਾਉਂ ਦੀ ਅਨਾਜ ਮੰਡੀ 'ਚ ਗੈਂਗਸਟਰ ਦੀ ਗੋਲੀ ਨਾਲ ASI ਭਗਵਾਨ ਸਿੰਘ ਸ਼ਹੀਦ ਹੋ ਗਏ ਸਨ। ASI ਤੇ ਗੋਲੀ ਚਲਾਉਣ ਵਾਲੇ ਗੈਂਗਸਟਰ ਜੈਪਾਲ ਭੁੱਲਰ ਤੇ ਜਸਪ੍ਰੀਤ ਸਿੰਘ ਉਰਫ ਜੱਸੀ ਨੂੰ ਪੁਲਿਸ ਨੇ ਕੋਲਕਾਤਾ ਵਿੱਚ ਮੁਕਾਬਲੇ 'ਚ ਮਾਰ ਸੁੱਟਿਆ। ਪ੍ਰਤੀਕਿਰਿਆ ਦਿੰਦਿਆਂ ਮਰਹੂਮ ਭਗਵਾਨ ਸਿੰਘ ਦੀ ਮਾਂ ਤੇਜ ਕੌਰ ਦਾ ਕਹਿਣਾ ਹੈ ਕਿ ਉਹਨਾਂ ਨੂੰ ਇਸ ਦੀ ਕਦੇ ਖੁਸ਼ੀ ਨਹੀਂ ਹੈ। ਜੇ ਸਰਕਾਰਾਂ ਸੂਬੇ 'ਚ ਨਸ਼ੇ ਦੀ ਰੋਕਥਾਮ ਕਰਨ ਤੇ ਅਪਰਾਧੀਆਂ ਨੂੰ ਸ਼ੁਰੂ 'ਚ ਹੀ ਦਬਾ ਦੇਣ ਤਾਂ ਸ਼ਾਇਦ ਕੋਈ ਗੈਂਗਸਟਰ ਪੈਦਾ ਨਾ ਹੋਵੇ। ਮਾਤਾ ਤੇਜ ਕੌਰ ਨੇ ਕਿਹਾ ਹੈ ਕਿ ਸਰਕਾਰ ਦੇ ਨਾਲ ਹੀ ਮਾਂ ਪਿਓ ਨੂੰ ਵੀ ਆਪਣੇ ਬੱਚਿਆਂ ਪ੍ਰਤੀ ਜ਼ਿੰਮੇਵਾਰੀ ਨੂੰ ਗੰਭੀਰਤਾ ਨਾਲ ਨਿਭਾਉਣਾ ਚਾਹੀਦਾ ਹੈ। ਜਦੋਂ ਬੱਚਾ ਨਸ਼ੇ ਵੱਲ ਜਾਂਦਾ ਹੈ ਤਾਂ ਕਿਸੇ ਅਪਰਾਧਿਕ ਗਤੀਵਿਧੀ 'ਚ ਸ਼ਾਮਿਲ ਹੋਣ ਲੱਗ ਜਾਂਦਾ ਹੈ ਤਾਂ ਉਸ ਸਮੇਂ ਉਸ ਨੂੰ ਰੋਕ ਦਿੱਤਾ ਜਾਣਾ ਚਾਹੀਦਾ ਹੈ ਤਾਂ ਜੋ ਆਪਣੇ ਮਾਪਿਓ ਦਾ ਦਿਲ ਨਾ ਦੁਖਾਵੇ। ਸ਼ਹੀਦ ASI ਭਗਵਾਨ ਸਿੰਘ ਦੀ ਮਾਂ ਤੇਜ ਕੌਰ ਨੇ ਕਿਹਾ ਹੈ ਕਿ ਸਾਨੂੰ ਉਹਨਾਂ ਲੋਕਾਂ ਦੇ ਐਨਕਾਊਂਟਰ 'ਚ ਮਾਰੇ ਜਾਣ ਦੀ ਕੋਈ ਖੁਸ਼ੀ ਨਹੀਂ ਹੈ। ਉਹਨਾਂ ਨੇ ਸਾਡੇ ਬੱਚਿਆਂ ਨੂੰ ਆਪਣੀ ਡਿਊਟੀ ਕਰਦਿਆਂ ਪਿੱਛੋਂ ਗੋਲੀ ਚਲਾ ਕੇ ਮਾਰ ਦਿੱਤਾ ਸੀ। ਜਿਸ ਤਰ੍ਹਾਂ ਨਾਲ ਆਪਣੇ ਬੱਚਿਆਂ ਦੀ ਮੌਤ ਤੋਂ ਬਾਅਦ ਅਸੀਂ ਦੁਖੀ ਹਾਂ, ਉਸੇ ਤਰ੍ਹਾਂ ਉਹਨਾਂ ਦੇ ਮਾਪਿਓ ਵੀ ਉਸੇ ਤਰ੍ਹਾਂ ਦੁਖੀ ਹੋਣਗੇ। ਸਾਡੀ ਉਹਨਾਂ ਦੇ ਨਾਲ ਕੋਈ ਦੁਸ਼ਮਣੀ ਨਹੀਂ ਸੀ। ਮੈਂ ਵੀ ਤੇਜ ਕੌਰ ਮੇਰੇ ਨਾਮ, ਮੈਂ ਉਹਦੀ ਮਾਤਾ ਭਗਵਾਨ ਸਿੰਘ ਦੀ, ਤੇ ਬੱਚਾ ਛੋਟਾ ਹਜੇ ਉਹਨਾਂ ਦਾ, ਮੈਂ ਇੱਥੇ ਰਹਿੰਦੀ ਹਾਂ। ਤੇ ਪਰ ਸਾਡੀ ਨਾ ਬਹੁਤ ਸਪੋਰਟ ਕੀਤੀ ਆ, ਜੇ ਅਸੀਂ ਕਹੀਏ ਵੀ ਗੌਰਮੈਂਟ ਨਹੀਂ ਕੀਤੀ, ਸਾਡੀ ਬਹੁਤ ਕੀਤੀ ਹੈ, ਬਹੁਤ ਜ਼ਿਆਦਾ ਕੀਤੀ ਹੈ। ਤੇ ਵੀ ਜਾਣੀ ਸਾਨੂੰ ਆਇਆ ਵੀ ਸਾਨੂੰ ਕੋਈ ਖੁਸ਼ੀ ਨਹੀਂ ਉਹਨਾਂ ਦੇ ਮਰਿਆਂ ਦੀ, ਪਰ ਉਹ ਵੀ ਇਨਸਾਨ ਹੈ, ਉਹ ਵੀ ਕਿਸੇ ਮਾਂ ਦੇ ਪੁੱਤ ਜੰਮੇ ਹੋਏ ਨੇ, ਤੇ ਉਹਨਾਂ ਨੂੰ ਦੇਖੋ ਉਹਨਾਂ ਨੇ ਕਰਤੀ ਆਪੇ, ਉਹਨਾਂ ਨੇ ਭਰ ਲਈ, ਪਰ ਸਾਡਾ ਤਾਂ ਮੁੜਨ ਨਹੀਂ ਲੱਗਿਆ। ਜੇ ਅਸੀਂ ਖੁਸ਼ੀ ਕਰਾਂਗੇ ਸਾਨੂੰ ਕੋਈ ਖੁਸ਼ੀ ਨਹੀਂ। ਮਾਤਾ ਕਿੰਨੀ ਕੁ ਉਮਰ ਆ ਜਿਹੜੇ ਭਗਵਾਨ ਸਿੰਘ ਜੀ ਦੇ ਜਿਹੜੇ ਬੱਚੇ ਨੇ, ਉਹਨਾਂ ਦੀ ਉਮਰ ਕਿੰਨੀ ਹੈ, ਕਿੰਨੇ ਬੱਚੇ ਨੇ? ਇੱਕੋ ਹੀ ਆ ਬਿੱਲੂ ਬੱਚਾ, 15 ਸਾਲਾਂ ਦੀ ਹੈਗੀ ਹੈ ਨਾ, 15 ਸਾਲਾਂ ਦੀ ਉਮਰ, ਇੱਕੋ ਹੀ ਆ ਜੋ। ਗੁਰਦਾਸਪੁਰ ਦੇ ਤਿਬੜੀ ਰੋਡ ਤੇ ਚੱਲ ਰਹੇ ਰਿਲਾਇੰਸ ਕੰਪਨੀ ਦੇ ਟ੍ਰੈਂਡ ਮਾਲ ਨੂੰ ਕਿਸਾਨ ਅਤੇ ਨੌਜਵਾਨ ਜਥੇਬੰਦੀਆਂ ਨੇ ਬੰਦ ਕਰਵਾਇਆ। ਕਿਸਾਨ ਜਥੇਬੰਦੀਆਂ ਨੇ ਮਾਲ ਦੇ ਬਾਹਰ ਰੋਸ ਪ੍ਰਦਰਸ਼ਨ ਵੀ ਕੀਤਾ ਹੈ ਤੇ ਕੇਂਦਰ ਸਰਕਾਰ ਤੇ ਕਾਰਪੋਰੇਟ ਘਰਾਣਿਆਂ ਦੇ ਖਿਲਾਫ ਨਾਅਰੇਬਾਜ਼ੀ ਵੀ ਕੀਤੀ ਹੈ ਅਤੇ ਉਹਨਾਂ ਨੇ ਕਿਹਾ ਹੈ ਕਿ ਜਦੋਂ ਤੱਕ ਖੇਤੀ ਕਾਨੂੰਨ ਰੱਦ ਨਹੀਂ ਹੁੰਦੇ ਉਹਨਾਂ ਦੇ ਇਹ ਰੋਸ ਪ੍ਰਦਰਸ਼ਨ ਇਸੇ ਤਰ੍ਹਾਂ ਜਾਰੀ ਰਹਿਣਗੇ ਤੇ ਰਿਲਾਇੰਸ ਕੰਪਨੀ ਨਾਲ ਸੰਬੰਧਿਤ ਹਰ ਇੱਕ ਚੀਜ਼ ਦਾ ਬਾਈਕਾਟ ਕੀਤਾ ਜਾਵੇਗਾ। ਇਸ ਮੌਕੇ ਤੇ ਜਾਣਕਾਰੀ ਦਿੰਦਿਆਂ ਸਾਡਾ ਪੰਜਾਬ ਫੈਡਰੇਸ਼ਨ ਦੇ ਆਗੂ ਇੰਦਰਪਾਲ ਸਿੰਘ ਨੇ ਕਿਹਾ ਹੈ ਕਿ ਪਿਛਲੇ ਲੰਬੇ ਸਮੇਂ ਤੋਂ ਗੁਰਦਾਸਪੁਰ ਦੇ ਤਿਬੜੀ ਰੋਡ ਤੇ ਰਿਲਾਇੰਸ ਕੰਪਨੀ ਦਾ ਟ੍ਰੈਂਡ ਮਾਲ ਚੱਲ ਰਿਹਾ ਸੀ, ਪਰ ਉਹਨਾਂ ਨੂੰ ਪਤਾ ਨਹੀਂ ਸੀ ਕਿ ਇਹ ਰਿਲਾਇੰਸ ਕੰਪਨੀ ਦਾ ਹੈ ਅਤੇ ਜਦੋਂ ਵੀ ਉਹਨਾਂ ਨੂੰ ਪਤਾ ਲੱਗਾ ਤਾਂ ਇਹ ਮਾਲ ਰਿਲਾਇੰਸ ਕੰਪਨੀ ਨਾਲ ਸੰਬੰਧਿਤ ਹੈ ਤਾਂ ਉਹਨਾਂ ਨੇ ਰੋਸ ਪ੍ਰਦਰਸ਼ਨ ਕਰ ਇਸ ਮਾਲ ਨੂੰ ਬੰਦ ਕਰਵਾ ਦਿੱਤਾ ਹੈ।
ਉਹਨਾਂ ਨੇ ਕਿਹਾ ਹੈ ਕਿ ਮਾਲ ਦੇ ਮੈਨੇਜਰ ਨੇ ਵੀ ਉਹਨਾਂ ਦਾ ਸਾਥ ਦੇ ਕੇ ਇਸ ਮਾਲ ਨੂੰ ਬੰਦ ਕਰ ਦਿੱਤਾ ਹੈ ਅਤੇ ਉਹਨਾਂ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਇਹ ਮਾਲ ਦੁਬਾਰਾ ਖੋਲ੍ਹਿਆ ਗਿਆ ਤਾਂ ਉਹ ਫਿਰ ਇਸ ਅੱਗੇ ਧਰਨੇ ਪ੍ਰਦਰਸ਼ਨ ਕਰਨਗੇ। ਉਹਨਾਂ ਨੇ ਕਿਹਾ ਹੈ ਕਿ ਜਦੋਂ ਤੱਕ ਖੇਤੀ ਕਾਨੂੰਨ ਰੱਦ ਨਹੀਂ ਹੁੰਦੇ ਉਦੋਂ ਤੱਕ ਉਹਨਾਂ ਦੇ ਧਰਨੇ ਪ੍ਰਦਰਸ਼ਨ ਇਸੇ ਤਰ੍ਹਾਂ ਜਾਰੀ ਰਹਿਣਗੇ ਅਤੇ ਰਿਲਾਇੰਸ ਕੰਪਨੀ ਨਾਲ ਸੰਬੰਧਿਤ ਹਰ ਚੀਜ਼ ਦਾ ਬਾਈਕਾਟ ਉਹਨਾਂ ਦੇ ਵੱਲੋਂ ਕੀਤਾ ਜਾਵੇਗਾ। ਅੱਜ ਤਿਬੜੀ ਰੋਡ ਤੇ ਹਨੂੰਮਾਨ ਚੌਂਕ ਦੇ ਲਾਗੇ ਜੋ ਰਿਲਾਇੰਸ ਟ੍ਰੈਂਡ ਦਾ ਸ਼ੋਰੂਮ ਆ, ਸੰਯੁਕਤ ਕਿਸਾਨ ਮੋਰਚੇ ਦੀਆਂ ਹਦਾਇਤਾਂ ਅਨੁਸਾਰ ਪੂਰੇ ਭਾਰਤ ਦੇ ਵਿੱਚ ਰਿਲਾਇੰਸ ਦਾ ਉਹਨਾਂ ਦੇ ਪੈਟਰੋਲ ਪੰਪਾਂ ਦਾ, ਟੋਲ ਪਲਾਜ਼ਿਆਂ ਦਾ ਔਰ ਸ਼ੋਰੂਮਾਂ ਦਾ ਬਾਈਕਾਟ ਕੀਤਾ ਗਿਆ। ਉਸੇ ਹਦਾਇਤਾਂ ਦੇ ਅਨੁਸਾਰ ਅੱਜ ਗੁਰਦਾਸਪੁਰ ਦੇ ਵਿੱਚ ਵੀ ਜੋ ਰਿਲਾਇੰਸ ਦਾ ਟ੍ਰੈਂਡ ਦਾ ਸ਼ੋਰੂਮ ਲੰਬੇ ਸਮੇਂ ਤੋਂ ਖੁੱਲ੍ਹਾ ਆ, ਉਸ ਨੂੰ ਅੱਜ ਅਸੀਂ ਉਹਦੇ ਮੂਹਰੇ ਧਰਨਾ ਦੇਣ ਵਾਸਤੇ ਆਏ ਹਾਂ, ਕਿਉਂਕਿ ਰਿਲਾਇੰਸ ਦਾ ਪ੍ਰੋਪਰ ਤੌਰ ਤੇ ਬਾਈਕਾਟ ਕੀਤਾ ਹੋਇਆ। ਉਹਨਾਂ ਨੂੰ ਸ਼ਾਂਤਮਈ ਢੰਗ ਦੇ ਨਾਲ ਅਪੀਲ ਕੀਤੀ ਆ ਕਿ ਵੀ ਇਸ ਨੂੰ ਸ਼ੋਰੂਮ ਨੂੰ ਤੁਸੀਂ ਬੰਦ ਕਰ ਦਿਓ, ਸੇਲ ਇੱਥੋਂ ਦੀ ਬੰਦ ਕੀਤੇ ਜਾਣ, ਸ਼ਟਰ ਬੰਦ ਕੀਤੇ ਜਾਣ। ਔਰ ਉਹਨਾਂ ਨੇ ਸਾਡੀਆਂ ਅਪੀਲ ਨੂੰ ਮੰਨਦਿਆਂ ਇੱਥੇ ਜੋ ਸੇਲ ਹੈ ਉਸ ਨੂੰ ਬੰਦ ਕਰ ਦਿੱਤੀ ਹੈ ਔਰ ਸਾਡੇ ਨੌਜਵਾਨ ਇਸ ਦੇ ਬਾਹਰ ਹੁਣ ਡਟੇ ਨੇ। ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਕਾਰਨਵਾਲ ਵਿੱਚ G7 ਸੰਮੇਲਨ 'ਚ ਸ਼ਮੂਲੀਅਤ ਕਰਨ ਦੇ ਮੰਤਵ ਨਾਲ ਬ੍ਰਿਟੇਨ ਪਹੁੰਚੇ ਹਨ। ਜੋ ਬਾਈਡਨ ਆਪਣੀ ਪਤਨੀ ਜਿਲ ਬਾਈਡਨ ਦੇ ਨਾਲ ਆਪਣੇ ਜਹਾਜ਼ 에ਅਰ ਫੋਰਸ 1 ਰਾਹੀਂ ਪਹੁੰਚੇ ਅਤੇ ਇਹ ਅਮਰੀਕੀ ਰਾਸ਼ਟਰਪਤੀ ਵਜੋਂ ਉਹਨਾਂ ਦੀ ਪਹਿਲੀ ਸਰਕਾਰੀ ਵਿਦੇਸ਼ੀ ਯਾਤਰਾ ਹੈ। ਉਹ G7 ਸੰਮੇਲਨ ਤੇ ਨਾਟੋ ਮੰਤਰੀ ਮੰਡਲ ਦੀ ਯਾਤਰਾ ਤੋਂ ਬਾਅਦ ਵਲਾਦੀਮੀਰ ਪੁਤਿਨ ਨਾਲ ਗੱਲਬਾਤ ਲਈ ਮਾਸਕੋ ਜਾਣਗੇ। ਯੂਕੇ ਦੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਵੀ ਕਾਰਨਵਾਲ ਪਹੁੰਚ ਚੁੱਕੇ ਹਨ। ਰਾਸ਼ਟਰਪਤੀ ਜੋ ਬਾਈਡਨ ਅਨੁਸਾਰ ਉਹਨਾਂ ਦੀ ਇਸ ਯਾਤਰਾ ਨਾਲ ਅਮਰੀਕਾ ਦੇ ਹੋਰ ਦੇਸ਼ਾਂ ਤੇ ਯੂਕੇ ਨਾਲ ਸੰਬੰਧ ਮਜ਼ਬੂਤ ਹੋਣਗੇ। ਇਸ ਸੰਮੇਲਨ ਦੇ ਖਤਮ ਹੋਣ ਤੋਂ ਬਾਅਦ ਰਾਸ਼ਟਰਪਤੀ ਅਤੇ ਪਹਿਲੀ ਔਰਤ ਵਿੰਡਸਰ ਕੈਸਲ ਵਿਖੇ ਮਹਾਰਾਣੀ ਐਲਿਜ਼ਾਬੈਥ ਨਾਲ ਵੀ ਮੁਲਾਕਾਤ ਕਰਨਗੇ। ਇਸ ਦੇ ਇਲਾਵਾ ਪ੍ਰਧਾਨ ਮੰਤਰੀ ਜੌਨਸਨ ਵੀ ਸਿਖਰ ਸੰਮੇਲਨ ਦੇ ਮੈਂਬਰ ਦੇਸ਼ਾਂ ਨੂੰ ਅਗਲੇ ਸਾਲ ਦੇ ਅੰਤ ਤੱਕ ਵਿਸ਼ਵ ਭਰ ਵਿੱਚ ਕੋਰੋਨਾ ਟੀਕੇ ਲਗਵਾਉਣ ਵਿੱਚ ਮਦਦ ਲਈ ਤਾਕੀਦ ਕਰਨਗੇ। ਇਹ ਸਨ ਅੱਜ ਦੀਆਂ ਖਾਸ ਖਬਰਾਂ। ਦੇਸ਼ ਵਿਦੇਸ਼ ਦੀਆਂ ਹੋਰ ਖਬਰਾਂ ਦੇਖਣ ਦੇ ਵਾਸਤੇ ਤੁਸੀਂ ਸਾਡੇ YouTube ਚੈਨਲ ਪੰਜਾਬ ਮੇਲ USA TV ਨੂੰ ਕਰੋ ਸਬਸਕ੍ਰਾਈਬ। ਧੰਨਵਾਦ।